हाँ जी, स्वागत है ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ। ਅੱਜ ਆਪਾਂ ਤੁਹਾਡੀ ਜੋ ਨੈਸ ਦੀ ਬੁੱਕਲੈਟ ਹੈ ਜਮਾਤ 10ਵੀਂ ਦੀ, ਉਸ ਦੇ ਵਿੱਚੋਂ ਨੈਸ ਸੈਂਪਲ ਪੇਪਰ 4 ਤੁਹਾਡੇ ਲਈ ਹੱਲ ਕਰਨ ਜਾ ਰਹੇ ਹਾਂਗੇ। ਠੀਕ ਹੈ, ਉਮੀਦ ਹੈ ਤੁਸੀਂ ਜਿਹੜੇ ਪਹਿਲਾਂ ਆਪਾਂ 3 ਸੈਂਪਲ ਪੇਪਰ ਹੱਲ ਕੀਤੇ ਹੈਗੇ ਉਹਨਾਂ ਨੂੰ ਧਿਆਨ ਨਾਲ ਵੇਖਿਆ ਹੋਏਗਾ। ਠੀਕ ਹੈ, ਤੇ ਇਸ ਦਾ ਹੱਲ ਵੀ ਤੁਸੀਂ ਧਿਆਨ ਨਾਲ ਵੇਖਣਾ ਹੈਗਾ। ਕੋਸ਼ਿਸ਼ ਕਰਨੀ ਹੈ ਕਿ ਵੀਡੀਓ ਨੂੰ ਨਾ ਸਕਿਪ ਕੀਤਾ ਜਾਵੇ, ਕਿਉਂਕਿ ਕੁਝ ਕੁਐਸਚਨ ਦੇ ਨਾਲ ਜੋ ਆਪਾਂ ਐਕਸਟਰਾ ਕੁਐਸਚਨ ਦੇ ਨਾਲ ਦੀਆਂ ਆਪਸ਼ਨਾਂ ਦੇ ਨਾਲ ਕੁਝ ਲਿਖ ਦਿਆਂਗੇ ਜਾਂ ਕੁਐਸਚਨ ਨੂੰ ਥੋੜਾ ਆਪਾਂ ਡਿਟੇਲ ਦੇ ਨਾਲ ਹੱਲ ਕਰ ਦਿਆਂਗੇ, ਫਿਰ ਤੁਹਾਡਾ ਉਹ ਸਕਿਪ ਹੋ ਜਾਂਦਾ ਹੈ। ਇਸ ਕਰਕੇ ਕੋਸ਼ਿਸ਼ ਕਰਿਓ ਇਸ ਨੂੰ ਤੁਸੀਂ ਧਿਆਨ ਨਾਲ ਵੇਖੋ। ਤਾਂ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਆਪਣੇ ਕੋਲ, ਭਾਰਤ ਦੇ ਨਕਸ਼ੇ ਵਿੱਚ ਰੰਗ ਕੀਤੇ ਰਾਜ ਵਿੱਚ ਕਿਸ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਹਾਂਜੀ, ਇਹ ਕਿਹੜੇ ਰਾਜ ਨੇ? ਇਹ ਹੈਗਾ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼। ਤੇ ਕਿਹੜੀ ਮਿੱਟੀ ਪਾਈ ਜਾਂਦੀ ਹੈ? ਜਲੌਡੀ ਮਿੱਟੀ, ਕਿਉਂਕਿ ਜਲ ਪਲਸ ਰੋੜੀ ਮਿੱਟੀ ਨੂੰ ਜਲੌਡੀ ਮਿੱਟੀ ਕਹਿੰਦੇ ਹੈਗੇ। ਦੇਸ਼ ਵਿੱਚ ਕੋਲਾ ਉਤਪਾਦਨ ਦਾ 3/4 ਭਾਗ ਕਿਸ ਹਿੱਸੇ ਵਿੱਚ ਮਿਲਦਾ ਗਾ? ਦਮੋਦਰ ਨਦੀ ਘਾਟੀ ਦੇ ਵਿੱਚ। ਪ੍ਰਸ਼ਨ ਨੰਬਰ 3, ਪਹਾੜੀ ਖੇਤਰਾਂ ਜਾਂ ਜੰਗਲਾਂ ਵਿੱਚ ਲੋਕ ਥੋੜ੍ਹੇ ਸਮੇਂ ਲਈ ਖੇਤੀ ਕਰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਣ 'ਤੇ ਉਸ ਥਾਂ ਨੂੰ ਛੱਡ ਕੇ ਕਿਸੇ ਹੋਰ ਥਾਂ 'ਤੇ ਜਾ ਕੇ ਖੇਤੀ ਕਰਨੀ ਸ਼ੁਰੂ ਕਰ ਦਿੰਦੇ ਹਨ। ਤੁਹਾਨੂੰ ਪਤਾ ਹੈ ਮੈਂ ਖੇਤੀ ਦੀ ਕਿਹੜੀ ਕਿਸਮ ਦੀ ਗੱਲ ਕਰ ਰਿਹਾ ਹਾਂ? ਹਾਂਜੀ, ਇਹ ਜਿਹੀ ਖੇਤੀ ਕਿਹੜੀ ਹੁੰਦੀ? ਇਹਨੂੰ ਬੋਲਦੇ ਸੀ ਸਥਾਨਾਂਤਰੀ ਖੇਤੀ, ਜਦੋਂ ਅਸੀਂ ਇੱਕ ਸਥਾਨ ਨੂੰ ਛੱਡ ਕੇ ਦੂਜੇ ਸਥਾਨ 'ਤੇ ਖੇਤੀ ਕਰ ਦਿਆਂਗੇ। ਉਸ ਸਥਾਨ ਨੂੰ ਖਾਲੀ ਤਾਂ ਛੱਡਿਆ ਜਾਂਦਾ ਕਿ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਉਹਦੀ ਉਪਜਾਊ ਸ਼ਕਤੀ ਮੁੜ ਪੈਦਾ ਹੋ ਜਾਏ। ਨੰਬਰ 4, ਇਹ ਮਿੱਟੀ ਭਾਰਤ ਦੇ ਉੱਤਰੀ ਭਾਗਾਂ ਵਿੱਚ ਪਾਈ ਜਾਂਦੀ ਹੈ। ਇਸ ਮਿੱਟੀ ਵਿੱਚ ਚਾਹ ਦੀ ਖੇਤੀ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਸ ਨੂੰ ਚਾਹ ਦੀਆਂ ਮਿੱਟੀਆਂ ਵੀ ਕਿਹਾ ਜਾਂਦਾ ਹੈਗਾ। ਇਹ ਮਿੱਟੀ ਦੀ ਕਿਹੜੀ ਕਿਸਮ ਹੈ? ਹਾਂਜੀ, ਇਹ ਕਿਹੜੀ ਕਿਸਮ ਹੈ ਵੀ? ਪਰਬਤੀ ਮਿੱਟੀ। ਨੰਬਰ 5, ਭੁਪਿੰਦਰ ਆਪਣੇ ਭਰਾ ਨੂੰ ਦੱਸ ਰਿਹਾ ਸੀ ਕਿ ਸਾਡੀ ਜ਼ਮੀਨ ਹੁਣ ਪਹਿਲੇ ਵਰਗੀ ਉਪਜਾਊ ਨਹੀਂ ਰਹੀ। 2 ਸਾਲ ਬਾਅਦ ਹੀ ਇਸ ਤੋਂ ਫਸਲ ਪ੍ਰਾਪਤ ਹੋ ਸਕੇਗੀ। ਬੱਚਿਓ, ਤੁਸੀਂ ਦੱਸ ਸਕਦੇ ਹੋ ਕਿ ਮਲਕੀਤ ਦੀ ਜ਼ਮੀਨ ਕਿਸ ਪ੍ਰਕਾਰ ਦੀ ਹੈ? ਹਾਂਜੀ, ਇਹ ਹੈਗੀ ਸੰਨਮੀ ਜ਼ਮੀਨ। ਠੀਕ ਹੈ, ਉਹ ਜ਼ਮੀਨ ਜਿਸ ਦੇ ਉੱਪਰੋਂ 1-2 ਸਾਲਾਂ ਦੇ ਬਾਅਦ ਫਸਲ ਪ੍ਰਾਪਤ ਹੋਵੇ, ਅਸੀਂ ਉਸ ਨੂੰ ਸੰਨਮੀ ਜ਼ਮੀਨ ਬੋਲਦੇ ਹਾਂਗੇ, ਫੈਲੋਲੈਂਡ। ਨੰਬਰ 6, ਦੇਸ਼ ਵਿੱਚ ਵਣਾਂ ਦੇ ਹੇਠ ਜ਼ਮੀਨ ਘੱਟ ਹੋਣ ਕਾਰਨ ਅਨੁਕੂਲ ਵਾਤਾਵਰਨ ਸੰਤੁਲਨ ਬਣਾਈ ਰੱਖਣ ਦੇ ਵਿੱਚ ਦਿੱਕਤ ਆ ਰਹੀ ਹੈ, ਜਿਸ ਨਾਲ ਕਈ ਬਿਮਾਰੀਆਂ ਵੱਧ ਰਹੀਆਂ ਹਨ। ਵਾਤਾਵਰਨ ਅਨੁਕੂਲ ਬਣਾਈ ਰੱਖਣ ਲਈ ਜੰਗਲ ਵੱਧ ਹੋਣੇ ਚਾਹੀਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਇਸ ਸਮੇਂ ਭਾਰਤ ਦੀ ਜ਼ਮੀਨ 'ਤੇ ਕਿੰਨੇ % ਜੰਗਲ ਨੇ? ਹਾਂਜੀ, ਇਹ 22.6 ਨੇ ਵੀ। ਠੀਕ ਹੈ, ਕਈ ਜਗ੍ਹਾ 'ਤੇ 22.7 ਵੀ ਲਿਖਿਆ ਹੋਏਗਾ। ਠੀਕ ਹੈ, ਤੁਸੀਂ ਨੋਟ ਕਰ ਲਿਓ। ਨੰਬਰ 7, ਇਸ ਤਸਵੀਰ ਨੂੰ ਧਿਆਨ ਨਾਲ ਦੇਖ ਕੇ ਦੱਸੋ ਕਿ ਕਿਹੜਾ ਵਰਗ ਗਰੀਬੀ ਨਾਲ ਸਭ ਤੋਂ ਵੱਧ ਪੀੜਤ ਹੈ। ਠੀਕ ਹੈ, ਅਗਰ ਤੁਸੀਂ ਦੇਖੋਗੇ ਇੱਥੇ ਸਭ ਤੋਂ ਵੱਧ ਜਿਹੜੀ ਪਰਸੈਂਟੇਜ ਹੈਗੀ ਉਹ ਆਹ ਵਾਲੀ ਹੈਗੀ। ਠੀਕ ਹੈ, 2 ਤੋਂ ਵੱਧ ਬੱਚਿਆਂ ਵਾਲੇ ਪਰਿਵਾਰ, ਤਾਂ ਇਹ ਕਿੰਨੇ %? 35% ਗਰੀਬੀ ਦੇ ਨਾਲ ਜੂਝ ਰਹੇ ਹੈਗੇ। ਨੰਬਰ 8, ਚੋਣ ਮੁਹਿੰਮ ਮਤਦਾਨ ਤੋਂ ਕਿੰਨਾ ਸਮਾਂ ਪਹਿਲਾਂ ਖਤਮ ਹੁੰਦੀ ਹੈ? 48 ਘੰਟੇ। ਠੀਕ ਹੈ, 48 ਘੰਟੇ ਪਹਿਲਾਂ ਚੋਣ ਮੁਹਿੰਮ ਬੰਦ ਹੋ ਜਾਂਦੀ ਹੈਗੀ। ਨੰਬਰ 9, ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਕੀਤੀ ਗਈ? ਹਾਂਜੀ, ਇਹ ਕੀਤੀ ਗਈ ਸੀ 1920 ਦੇ ਵਿੱਚ। ਨੰਬਰ 10, ਲੋਕਤੰਤਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਸ਼ਾਸਨ ਹੁੰਦਾ ਹੈ। ਇਹ ਸ਼ਬਦ ਕਿਸ ਨੇ ਕਹੇ ਸੀ? ਹਾਂਜੀ, ਇਹ ਸ਼ਬਦ ਕਹੇ ਸੀ ਇਬਰਾਹਿਮ ਲਿੰਕਨ ਨੇ, ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਬਣੇ ਬਾਅਦ ਦੇ ਵਿੱਚ। ਨੰਬਰ 11, ਹੇਠਾਂ ਦਿੱਤੇ ਗ੍ਰਾਫ ਦੇ ਵਿੱਚ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਭਾਰਤ ਵਿੱਚ ਉਸ ਰਾਜ ਦਾ ਨਾਮ ਦੱਸੋ ਜਿੱਥੇ ਜੰਗਲਾਂ ਅਧੀਨ ਭੂਮੀ ਸਭ ਤੋਂ ਵੱਧਦੀ ਦਰ ਨਾਲ ਵੱਧ ਰਹੀ ਹੈ। ਠੀਕ ਹੈ, ਜਿੱਥੇ ਜੰਗਲਾਂ ਅਧੀਨ ਭੂਮੀ ਲਗਾਤਾਰ ਵੱਧਦੀ ਜਾ ਰਹੀ ਹੈ। ਦੇਖੋ ਸਭ ਤੋਂ ਉੱਪਰ ਕਿਹੜਾ ਗਾ ਵੀ? ਕਰਨਾਟਕਾ। ਕਰਨਾਟਕਾ ਦੇ ਵਿੱਚ 1025 ਹੈ, ਅਤੇ ਇਹਦੇ ਲਈ B ਆਪਸ਼ਨ ਆਪਣੇ ਕੋਲ ਸਹੀ ਆ ਜਾਏਗੀ, ਕਰਨਾਟਕਾ। ਠੀਕ ਹੈ, ਜੇ ਪੁੱਛੇ ਜੇ ਵੀ ਸਭ ਤੋਂ ਤੇਜ਼ੀ ਨਾਲ ਕਿੱਥੇ ਘਟ ਰਹੀ ਹੈ, ਫਿਰ ਅਸੀਂ ਲਿਖਾਂਗੇ ਮਨੀਪੁਰ। ਠੀਕ ਹੈ। ਨੰਬਰ 12, ਕਿਸੇ ਵੀ ਦੇਸ਼ ਦੇ ਰਾਸ਼ਟਰੀ ਆਮਦਨ ਨੂੰ ਉਸ ਦੇਸ਼ ਦੀ ਕੁੱਲ ਜਨਸੰਖਿਆ ਨਾਲ ਵੰਡਣ 'ਤੇ ਕੀ ਪ੍ਰਾਪਤ ਹੁੰਦਾ ਗਾ? ਹਾਂਜੀ, ਕੀ ਪ੍ਰਾਪਤ ਹੁੰਦਾ ਹੈ? ਪ੍ਰਤੀ ਵਿਅਕਤੀ ਆਮਦਨ। ਨੰਬਰ 13, ਹੇਠ ਦਿੱਤੀ ਤਸਵੀਰ ਵਿੱਚ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਪਤਾ ਕਰੋ ਕਿਸ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਹੈ। ਠੀਕ ਹੈ, ਪ੍ਰਤੀ ਵਿਅਕਤੀ ਆਮਦਨ ਕਿਹੜੇ ਦੇਸ਼ ਦੀ ਸਭ ਤੋਂ ਵੱਧ ਹੈ? ਜੇ ਅਸੀਂ ਗੱਲ ਕਰੀਏ ਤਾਂ ਦੇਖੋ ਵੀ ਨਾਰਵੇ ਦੀ ਸਭ ਤੋਂ ਵੱਧ ਹੈਗੀ 49,308। ਠੀਕ ਹੈ, ਨੀਚੇ ਵਾਲੀ ਲਾਈਨ ਹੈਗੀ 49,308, ਤਾਂ ਇਹਦੇ ਲਈ D ਆਪਸ਼ਨ ਆਪਣੇ ਕੋਲ ਸਹੀ ਆ ਜਾਏਗਾ, ਨਾਰਵੇ। ਨੰਬਰ 14, ਅਧਿਆਪਕ ਨੇ ਦਵਿੰਦਰ ਨੂੰ ਪੁੱਛਿਆ ਕਿ ਜਦੋਂ ਅਸੀਂ ਰਾਸ਼ਟਰੀ ਆਮਦਨ ਵਿੱਚ ਸ਼ੁੱਧ ਆਮਦਨ ਨੂੰ ਘਟਾ ਦਿੰਦੇ ਹਾਂ ਤਾਂ ਕਿਹੜੀ ਆਮਦਨ ਪ੍ਰਾਪਤ ਹੁੰਦੀ ਹੈ?
ਤੁਸੀਂ ਦਵਿੰਦਰ ਨੂੰ ਕਿਹੜਾ ਤੱਥ ਚੁਣਨ ਦੇ ਲਈ ਸਲਾਹ ਦਿਓਗੇ? ਹਾਂਜੀ, ਫਿਰ ਕਿਹੜੀ ਆਮਦਨ ਰਹਿੰਦੀ ਹੈ? ਘਰੇਲੂ ਆਮਦਨ। ਜਦੋਂ ਅਸੀਂ ਰਾਸ਼ਟਰੀ ਆਮਦਨ ਦੇ ਵਿੱਚੋਂ ਸ਼ੁੱਧ ਆਮਦਨ ਘਟਾ ਦਈਏ ਤਾਂ ਕਿਹੜੀ ਆਮਦਨ ਬਚ ਜਾਂਦੀ ਹੈ? ਘਰੇਲੂ ਆਮਦਨ। ਨੰਬਰ 15, ਸਚਿਨ ਤੰਦੂਲਕਰ ਭਾਰਤੀ ਕ੍ਰਿਕਟ ਜਗਤ ਦਾ ਭਗਵਾਨ ਹੈ। ਉਸਦੀ ਉਮਰ 45 ਸਾਲ ਹੈ। ਇੱਕ ਦਿਨ ਉਸ ਨੂੰ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਫੋਨ ਕਰਕੇ ਆਖਦੇ ਹਨ ਕਿ ਉਸ ਨੂੰ ਦੇਸ਼ ਦੀ ਸੇਵਾ ਲਈ ਸੰਸਦ ਵਿੱਚ 6 ਸਾਲ ਲਈ ਨਾਮਜ਼ਦ ਕਰਨਾ ਚਾਹੁੰਦੇ ਹਨ। ਤੁਹਾਨੂੰ ਪਤਾ ਹੈ ਸਚਿਨ ਤੰਦੂਲਕਰ ਨੂੰ ਸੰਸਦ ਦੇ ਕਿਸ ਸਦਨ ਲਈ ਨਾਮਜ਼ਦ ਕੀਤਾ ਹੋਏਗਾ? ਹਾਂਜੀ, 6 ਸਾਲ। ਠੀਕ ਹੈ, ਸੰਸਦ ਦੇ ਰਾਜ ਸਭਾ। ਠੀਕ ਹੈ, ਜਿਹੜਾ ਰਾਜ ਸਭਾ ਹੈਗਾ ਉਹਦਾ ਕਾਰਜਕਾਲ 6 ਸਾਲ ਹੁੰਦਾ ਹੈਗਾ। ਠੀਕ ਹੈ, ਸੰਸਦ ਦਾ ਇੱਕ ਸਦਨ ਹੈਗਾ ਰਾਜ ਸਭਾ, ਇੱਕ ਲੋਕ ਸਭਾ। ਲੋਕ ਸਭਾ ਦਾ ਕਾਰਜਕਾਲ ਤੇ ਵਿਧਾਨ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਹੈਗਾ। ਠੀਕ ਹੈ, ਪਰ ਰਾਜ ਸਭਾ ਤੇ ਵਿਧਾਨ ਪਰਿਸ਼ਦ ਦਾ ਕਾਰਜਕਾਲ 6 ਸਾਲ ਹੁੰਦਾ ਹੈ। ਨੰਬਰ 16, ਕਿਸੇ ਵੀ ਬਿੱਲ ਨੂੰ ਕਾਨੂੰਨ ਬਣਾਉਣ ਲਈ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਉਪਰੋਕਤ ਸਮੇਂ ਵਰਤਮਾਨ ਖੇਤੀਬਾੜੀ ਨਾਲ ਸੰਬੰਧਿਤ ਬਿੱਲ ਪਾਸ ਕੀਤੇ ਗਏ ਹਨ। ਤਿੰਨੇ ਬਿੱਲਾਂ ਨੂੰ ਕਿਸ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ? ਹਾਂਜੀ, ਰਾਜ ਸਭਾ ਵਿੱਚੋਂ ਪਾਸ ਹੋਣਾ ਪਿਆ, ਲੋਕ ਸਭਾ ਵਿੱਚੋਂ ਪਾਸ ਹੋਣਾ ਪਿਆ, ਰਾਸ਼ਟਰਪਤੀ ਵੱਲੋਂ ਪ੍ਰਵਾਨਗੀ ਉਪਰੋਕਤ ਸਾਰੇ, ਇਹਨਾਂ ਸਾਰੇ ਹੀ ਪੜਾਵਾਂ ਦੇ ਵਿੱਚ ਉਸ ਨੂੰ ਲੰਘਣਾ ਪਿਆ ਹੈ। ਨੰਬਰ 17, ਭਾਰਤ ਵਿੱਚ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਆਪਸ ਵਿੱਚ ਸੰਬੰਧਿਤ ਹਨ। ਰਾਸ਼ਟਰਪਤੀ ਦੇਸ਼ ਦਾ ਨਾਮਾਤਰ ਮੁਖੀ ਹੈ ਅਤੇ ਪ੍ਰਧਾਨ ਮੰਤਰੀ ਕਾਰਜਪਾਲਿਕਾ ਦਾ ਅਸਲੀ ਮੁਖੀ ਹੈ। ਇਹ ਵਿਸ਼ੇਸ਼ਤਾਵਾਂ ਕਿਸ ਪ੍ਰਕਾਰ ਦੀ ਸਰਕਾਰ ਦੀਆਂ ਹਨ? ਹਾਂਜੀ, ਇਹ ਵਿਸ਼ੇਸ਼ਤਾਵਾਂ ਕਿਸ ਪ੍ਰਕਾਰ ਦੀ ਸਰਕਾਰ ਦੀਆਂ ਨੇ? ਸੰਸਦੀ ਸਰਕਾਰ। ਨੰਬਰ 18, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਭਾਰਤ ਦੇ ਧਰਮ ਨਿਰਪੱਖ ਰਾਜ ਹੋਣ ਨਾਲ ਸੰਬੰਧ ਨਹੀਂ ਰੱਖਦਾ? ਠੀਕ ਹੈ, ਜੇਕਰ ਧਿਆਨ ਨਾਲ ਪੜੋਗੇ ਤਾਂ ਪਹਿਲਾ ਸਹੀ ਹੈ, ਭਾਰਤ ਕਿਸੇ ਖਾਸ ਧਰਮ ਦੀ ਸਰਪ੍ਰਸਤੀ ਨਹੀਂ ਕਰੇਗਾ। ਨੰਬਰ ਸੀ ਦੀ ਗੱਲ ਕਰੀਏ, ਰਾਜ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਕਰੇਗਾ। ਡੀ, ਧਾਰਮਿਕ ਆਜ਼ਾਦੀ। ਪਰ ਜਿਹੜਾ ਬੀ ਹੈ ਉਹ ਸਹੀ ਨਹੀਂ ਹੈ। ਭਾਰਤ ਵਿੱਚ ਸਾਰੇ ਧਰਮ ਬਰਾਬਰ ਨਹੀਂ ਹਨ। ਭਾਰਤ ਵਿੱਚ ਸਾਰੇ ਧਰਮ ਬਰਾਬਰ ਹਨ। ਨੰਬਰ 19, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਭਾਰਤ ਦੇ ਗਣਰਾਜ ਦੀਆਂ ਵਿਸ਼ੇਸ਼ਤਾਵਾਂ ਨਾਲ ਮੇਲ ਨਹੀਂ ਖਾਂਦਾ? ਠੀਕ ਹੈ, ਤਾਂ ਇਹਦੇ ਵਿੱਚੋਂ ਜਿਹੜਾ ਪਹਿਲੀ ਆਪਸ਼ਨ ਕਰੈਕਟ ਨਹੀਂ ਹੈ। ਠੀਕ ਹੈ, ਭਾਰਤ ਰਾਜ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ। ਮੁਖੀ ਪ੍ਰਧਾਨ ਮੰਤਰੀ ਹੁੰਦਾ, ਮੁਖੀ ਸਾਡੇ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੈਗਾ। ਨੰਬਰ 20, ਪਹਾੜੀ ਖੇਤਰ ਜਾਂ ਜੰਗਲਾਂ ਵਿੱਚ ਲੋਕ ਥੋੜ੍ਹੇ ਸਮੇਂ ਲਈ ਖੇਤੀ ਕਰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਣ 'ਤੇ ਉਸ ਥਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਜਾ ਕੇ ਖੇਤੀ ਕਰਨੀ ਸ਼ੁਰੂ ਕਰਦੇ ਹਨ। ਤੁਹਾਨੂੰ ਪਤਾ ਹੈ ਮੈਂ ਇੱਥੇ ਖੇਤੀ ਦੀ ਕਿਹੜੀ ਕਿਸਮ ਦੀ ਗੱਲ ਕਰ ਰਿਹਾ ਹੈਗਾ? ਹਾਂਜੀ, ਸਥਾਨਾਂਤਰੀ ਖੇਤੀ। ਪ੍ਰਸ਼ਨ ਨੰਬਰ 21, ਮਨਿੰਦਰਪਾਲ ਦੇ ਪਿਤਾ ਕੋਲ ਸਿਰਫ 1 ਏਕੜ ਜ਼ਮੀਨ ਹੈ ਜਿਸ ਵਿੱਚ ਉਹ ਕਣਕ, ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਬੀਜਦੇ ਹਨ। ਉਤਪਾਦਨ ਬਹੁਤ ਘੱਟ ਹੋਣ ਕਰਕੇ ਉਹ ਫਸਲ ਮੰਡੀਆਂ ਵਿੱਚ ਨਹੀਂ ਲਿਜਾਂਦੇ। ਖੇਤੀ ਦੀ ਇਹ ਕਿਹੜੀ ਕਿਸਮ ਹੈ? ਹਾਂਜੀ, ਇਹ ਕਿਹੜੀ ਕਿਸਮ ਹੈ? ਗੁਜ਼ਾਰੇਬੰਦੀ ਖੇਤੀ। ਹਾਂਜੀ, ਨੈਕਸਟ ਕੁਐਸਚਨ ਆਪਣਾ ਪ੍ਰਸ਼ਨ ਨੰਬਰ 22, ਤਾਨਾਸ਼ਾਹੀ ਵਿੱਚ ਸੱਤਾ ਦੀ ਤਾਕਤ ਇੱਕ ਵਿਅਕਤੀ ਕੋਲ ਹੁੰਦੀ ਹੈ ਜਿਸ ਨੇ ਬਲਪੂਰਵਕ ਖੋਈ ਹੁੰਦੀ ਹੈ ਅਤੇ ਲੋਕਤੰਤਰ ਵਿੱਚ ਸੱਤਾ ਦੀ ਤਾਕਤ ਕਿਸ ਦੇ ਕੋਲ ਹੁੰਦੀ ਹੈ? ਹਾਂਜੀ, ਇੱਥੇ ਸਾਰੇ ਵਿਅਕਤੀਆਂ ਦੇ ਕੋਲ ਹੀ ਲੋਕਤੰਤਰ ਦੀ ਸੱਤਾ ਹੁੰਦੀ ਹੈਗੀ। ਪ੍ਰਸ਼ਨ ਨੰਬਰ 23, ਲੋਕਤੰਤਰ ਨੂੰ ਲੋਕਤੰਤਰੀ ਵਿਚਾਰਧਾਰਾ ਤੇ ਆਧਾਰਿਤ ਹੈ ਪਰੰਤੂ ਤਾਨਾਸ਼ਾਹੀ ਡੈਸ਼ ਵਿਚਾਰਧਾਰਾ ਤੇ ਆਧਾਰਿਤ ਹੈ। ਹਾਂਜੀ, ਇਹਦੇ ਲਈ ਦੇਖੋ ਪ੍ਰਸ਼ਨ ਨੰਬਰ 23 ਲਈ ਨਸਲਵਾਦੀ ਵਿਚਾਰਧਾਰਾ, ਨਾਜੀਵਾਦੀ ਵਿਚਾਰਧਾਰਾ, ਫਾਸੀਵਾਦੀ ਵਿਚਾਰਧਾਰਾ, ਉਪਰੋਕਤ ਸਾਰੇ। ਨੰਬਰ 24, ਸ਼ੁਰੂਆਤ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ 395 ਅਨੁਛੇਦ ਸਨ ਅਤੇ 12 ਅਨੁਸੂਚੀਆਂ ਸਨ, ਪਰ ਸਮੇਂ-ਸਮੇਂ ਤੇ ਜ਼ਰੂਰਤ ਮਹਿਸੂਸ ਹੋਣ ਤੇ ਇਸ ਵਿੱਚ ਕਈ ਬਦਲਾਵ ਕੀਤੇ ਗਏ। ਅੱਜ ਇਸ ਵਿੱਚ 100 ਤੋਂ ਉੱਪਰ ਸੋਧਾਂ ਹੋ ਚੁੱਕੀਆਂ ਹਨ। ਇਹਨਾਂ ਸੋਧਾਂ ਦਾ ਹੋਣਾ ਭਾਰਤੀ ਸੰਵਿਧਾਨ ਦੀ ਕਿਸ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ? ਹਾਂਜੀ, ਕੀ ਦਰਸਾਉਂਦਾ ਹੈਗਾ? ਭਾਰਤੀ ਸੰਵਿਧਾਨ ਲਚਕੀਲਾ ਅਤੇ ਕਠੋਰ ਹੈ। ਇਹਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਉਹਦੇ ਲਈ ਇੱਕ ਖਾਸ ਪ੍ਰੋਸੈਸ ਹੈ। ਠੀਕ ਹੈ, ਸੋਧ ਕੀਤੀ ਜਾ ਸਕਦੀ ਹੈ, ਇਸ ਲਈ ਇਹ ਕੀ ਹੈਗਾ? ਲਚਕੀਲਾ ਹੈਗਾ, ਅਤੇ ਇੰਨੀ ਜਲਦੀ ਵੀ ਸੋਧ ਨਹੀਂ ਕੀਤੀ ਜਾ ਸਕਦੀ, ਇਸ ਕਰਕੇ ਇਹ ਕਠੋਰ ਹੈ। ਮਤਲਬ ਇਹਦੇ ਵਿੱਚ ਹਰ ਕੋਈ ਸੰਸਥਾ ਸੋਧ ਨਹੀਂ ਕਰ ਸਕਦੀ। ਨੰਬਰ 25, ਰੋਹਨ ਅਤੇ ਰਾਜਦੀਪ ਕੱਲ੍ਹ ਸਮਾਜਿਕ ਵਿਗਿਆਨ ਦੇ ਪੀਰੀਅਡ ਦੌਰਾਨ ਆਪਸ ਵਿੱਚ ਬਹਿਸ ਕਰਨ ਲੱਗੇ ਕਿ ਭਾਰਤ ਦੀ ਜਨਸੰਖਿਆ ਦੀ ਸਭ ਤੋਂ ਘੱਟ ਘਣਤਾ ਵਾਲਾ ਰਾਜ ਕਿਹੜਾ ਹੈ। ਉਹਨਾਂ ਨੂੰ ਸਾਡੇ ਅਧਿਆਪਕ ਜੀ ਨੇ ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੱਸ ਕੇ ਸ਼ਾਂਤ ਕੀਤਾ। ਹਾਂਜੀ, ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲਾ ਰਾਜ, ਹਾਂਜੀ ਕਿਹੜਾ ਗਾ ਵੀ?
अरुणाचल प्रदेश। तुहानूं पहलां भी दस्सिआ सी आपां, अरुणाचल प्रदेश दे विच प्रति वर्ग किलोमीटर दे विच सिर्फ 17 व्यक्ति ही रह रहे हैगे, ठीक है। तो सब तो वध वसो घनता वाला राज फिर किहड़ा हो जाएगा? बिहार। नंबर 26, ਅਸੀਂ ਚਾਵਲ ਦੇ ਵੱਧ ਝਾੜ ਦੇਣ ਵਾਲੇ ਰਾਜ ਦੀ ਗੱਲ ਕਰੀਏ ਤਾਂ ਪੰਜਾਬ ਦਾ ਨਾਮ ਆਉਂਦਾ ਗਾ, ਪਰ ਜੇਕਰ ਅਸੀਂ ਉਸ ਰਾਜ ਦੀ ਗੱਲ ਕਰੀਏ ਜੋ ਅਮਨ, ਬੋਰੋ ਅਤੇ ਔਸ ਨਾਮ ਦੇ ਚਾਵਲ ਦੀਆਂ 3 ਫਸਲਾਂ ਇੱਕ ਸਾਲ ਵਿੱਚ ਦਿੰਦਾ ਹੈ, ਤਾਂ ਤੁਸੀਂ ਦੱਸ ਸਕਦੇ ਹੋ ਕਿ ਇਹ ਰਾਜ ਕਿਹੜਾ ਗਾ? ਹਾਂਜੀ, ਇਹ ਰਾਜ ਕਿਹੜੇ ਦੀ ਗੱਲ ਕਰ ਰਹੇ ਹੈਗੇ? ਪੱਛਮੀ ਬੰਗਾਲ ਦੀ, ਵੈਸਟ ਬੰਗਾਲ। ਨੰਬਰ 27, ਬੱਚਿਓ ਤੁਹਾਨੂੰ ਪਤਾ ਹੈ ਕਿ 1 वर्ग किलोमीटर ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਸੰਖਿਆ ਨੂੰ ਜਨਸੰਖਿਆ ਦੀ ਘਣਤਾ ਕਿਹਾ ਜਾਂਦਾ ਗਾ। ਭਾਰਤ ਦਾ ਉਹ ਰਾਜ ਕਿਹੜਾ ਹੈ ਜਿੱਥੇ ਇਹ ਘਣਤਾ ਸਭ ਤੋਂ ਵੱਧ ਹੈ? ਸੋ ਇਸ ਨਕਸ਼ੇ ਵਿੱਚ ਰੰਗ ਕੀਤਾ ਰਾਜ ਇਸ ਦਾ ਠੀਕ ਉੱਤਰ ਹੈ। ਇਸ ਰਾਜ ਦਾ ਨਾਮ ਦੱਸੋ। ਹਾਂਜੀ, ਇਹ ਰਾਜ ਕਿਹੜਾ ਹੈ? ਦੇਖੋ ਆਹ ਵਾਲਾ, ਸਭ ਤੋਂ ਵੱਧ ਵਸੋਂ ਘਣਤਾ ਬਿਹਾਰ ਦੀ। ਨੰਬਰ 28, ਬੱਚਿਓ ਅਸੀਂ ਜਾਣਦੇ ਹਾਂ ਕਿ ਭਾਰਤ ਜਨਸੰਖਿਆ ਵਿੱਚ ਸੰਸਾਰ ਵਿੱਚ ਚੀਨ ਤੋਂ ਬਾਅਦ ਦੂਸਰੇ ਸਥਾਨ ਤੇ ਹੈ। ਭਾਰਤ ਦੀ ਜਨਸੰਖਿਆ ਹਰ 10 ਸਾਲ ਬਾਅਦ ਲਗਾਤਾਰ ਵੱਧਦੀ ਜਾ ਰਹੀ ਹੈ, ਪਰ ਤੁਹਾਨੂੰ ਪਤਾ ਹੈ ਕਿ ਇੱਕ ਦਹਾਕਾ ਅਜਿਹਾ ਵੀ ਆਇਆ ਸੀ ਜਦੋਂ ਭਾਰਤ ਦੀ ਜਨਸੰਖਿਆ ਵਧਣ ਦੀ ਥਾਂ ਘਟ ਗਈ ਸੀ, ਠੀਕ ਹੈ। ਹੇਠਾਂ ਦਿੱਤੇ ਬਾਰ ਗ੍ਰਾਫ ਵਿੱਚੋਂ ਉਹ ਸਾਲ ਪਤਾ ਕਰੋ। ਹਾਂਜੀ, ਉਹ ਕਿਹੜਾ ਸਾਲ ਸੀ ਜਦੋਂ ਜਨਸੰਖਿਆ ਦੀ ਦਰ ਵਧਣ ਦੀ ਥਾਂ ਤੇ ਘਟ ਗਈ ਸੀ? ਦੇਖੋ 1901-11 ਦੇ ਵਿੱਚ 7% ਵਾਧਾ ਦਰ ਸੀ, ਪਰ 11-21 ਦੇ ਵਿੱਚ ਘਟ ਕੇ 1% ਰਹਿ ਗਿਆ। ਇਹਦਾ ਮਤਲਬ ਸਾਡਾ ਉੱਤਰ ਕਿਹੜਾ ਹੈਗਾ? 1911 ਤੋਂ 1921, ਠੀਕ ਹੈ। ਦੇਖੋ ਜੇ ਹੇਠਾਂ ਤੁਸੀਂ ਦੇਖੋਗੇ ਇਹਨਾਂ ਦੇ ਵਿੱਚੋਂ ਅਗਲੀਆਂ ਆਪਸ਼ਨਾਂ ਉੱਥੇ ਵਾਧਾ ਦਰ ਜਾਇ ਸੀ 10, 14, 7। ਘਟੀ ਕਿਹੜੀ ਸੀ ਦੇ ਵਿੱਚ ਸੀ? ਆਹ ਵਾਲੀ ਦੇ ਵਿੱਚ 1911 ਤੋਂ 21, ਠੀਕ ਹੈ। ਜੇ ਸਾਨੂੰ ਇੱਥੇ ਪੁੱਛਦੇ ਵੀ ਵਧੀ ਕਿਹੜੇ ਸਾਲ ਦੇ ਵਿੱਚ, ਕਿਹੜੇ ਦਹਾਕੇ ਦੇ ਵਿੱਚ ਸੀ, ਫਿਰ ਆਪਾਂ 1931 ਤੋਂ 41 ਲਿਖਦੇ, ਠੀਕ ਹੈ। ਤਾਂ ਕੁਐਸਚਨ ਆਪਾਂ ਥੋੜਾ ਧਿਆਨ ਨਾਲ ਪੜ੍ਹਨਾਗਾ, ਉੱਤਰ ਸੌਖੇ ਲੱਭ ਜਾਂਦੇ ਹੈਗੇ। ਨੰਬਰ 29, ਆਧੁਨਿਕ ਯੁੱਗ ਵਿੱਚ ਦੇਸ਼ਾਂ ਦੇ ਆਰਥਿਕ ਵਿਕਾਸ ਵਿੱਚ ਸਾਡਾ ਬਹੁਤ ਮਹੱਤਵ ਹੈ। ਉਦਯੋਗਿਕ ਉન્નਤੀ ਦੇ ਜਨਮਦਾਤਾ ਇੰਗਲੈਂਡ ਵਰਗੇ ਦੇਸ਼ ਦੀ ਉਦਯੋਗਿਕ ਅਤੇ ਆਰਥਿਕ ਤਰੱਕੀ ਦਾ ਰਾਜ ਵੀ ਅਸੀਂ ਹੀ ਹਾਂ। ਸਾਨੂੰ ਧਰਤੀ ਦੇ ਗਰਭ ਦੇ ਵਿੱਚੋਂ ਕੱਢਿਆ ਜਾਂਦਾ ਗਾ। ਹੇਠ ਲਿਖਿਆਂ ਵਿੱਚੋਂ ਅਸੀਂ ਕਿਹੜੇ ਹਾਂ? ਲੋਹਾ, ਕੋਲਾ, ਮੈਗਨੀਜ਼ ਅਤੇ ਅਬਰਕ, ਤਾਂਬਾ ਅਤੇ ਪੈਟਰੋਲੀਅਮ ਉਪਰੋਕਤ ਸਾਰੇ, ਇਹ ਸਾਰੇ ਹੀ ਖਣਿਜ ਪਦਾਰਥ ਨੇ ਜਿਨ੍ਹਾਂ ਨੂੰ ਧਰਤੀ ਦੇ ਅੰਦਰੋਂ ਜਾਂ ਧਰਤੀ ਦੇ ਗਰਭ ਦੇ ਵਿੱਚੋਂ ਕੱਢਿਆ ਜਾਂਦਾ ਗਾ। ਪ੍ਰਸ਼ਨ ਨੰਬਰ 30, ਇਸ ਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਉਸ ਵਿੱਚ ਮੇਰਾ ਮਿਸ਼ਰਣ ਮਿਲਾਇਆ ਜਾਂਦਾ ਗਾ। ਮੈਂ ਇੱਕ ਖਣਿਜ ਹਾਂ। ਭਾਰਤ ਵਿੱਚ ਉੜੀਸਾ ਰਾਜ ਮੇਰਾ ਸਭ ਤੋਂ ਵੱਡਾ ਉਤਪਾਦਕ ਰਾਜ ਹੈ। ਕੀ ਤੁਸੀਂ ਹੇਠਾਂ ਦਿੱਤੇ ਖਣਿਜਾਂ ਵਿੱਚੋਂ ਮੈਨੂੰ ਪਹਿਚਾਣ ਸਕਦੇ ਹੋ? ਹਾਂਜੀ, ਇਸ ਪਾਤ ਨੂੰ ਮਜ਼ਬੂਤੀ ਦੇਣ ਦੇ ਲਈ ਮੈਗਨੀਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਠੀਕ ਹੈ। ਤੇ ਐਲੂਮੀਨੀਅਮ ਦੀ ਕੱਚੀ ਧਾਤ ਕਿਹੜੀ ਹੈਗੀ? ਬਾਕਸਾਈਟ, ਠੀਕ ਹੈ। ਨੰਬਰ 31, ਦੀਦਾਰ ਸੁਲਤਾਨਪੁਰ ਲੋਧੀ ਦੇ ਨੇੜੇ ਮੈਰੀਪੁਰ ਪਿੰਡ ਵਿੱਚ ਰਹਿੰਦਾ ਹੈ। ਉਸ ਦਾ ਪਿੰਡ ਕਾਲੀ ਬੇਈ ਦੇ ਕੰਢੇ ਸਥਿਤ ਹੈ। ਇੱਕ ਦਿਨ ਇੱਕ ਮਹਾਂਪੁਰਖ ਉਹਨਾਂ ਦੇ ਪਿੰਡ ਕੁਝ ਸੇਵਕਾਂ ਨਾਲ ਆਏ ਤੇ ਬੇਈ ਵਿੱਚੋਂ ਇੱਕ ਹਰੇ ਰੰਗ ਦੇ ਗੁਲਾਬੀ ਫੁੱਲਾਂ ਵਾਲੇ ਛੋਟੇ ਛੋਟੇ ਪੌਦਿਆਂ ਨੂੰ ਪਾਣੀ ਵਿੱਚੋਂ ਕੱਢਣ ਲੱਗੇ। ਤੁਹਾਨੂੰ ਪਤਾ ਇਹ ਪੌਦੇ ਕੀ ਨੇ, ਠੀਕ ਹੈ। ਉਪਰੋਕਤ ਸਾਰੇ ਉੱਤਰ ਆ ਜਾਏਗਾ। ਕਿਉਂਕਿ ਜੇ ਪੌਦੇ ਕੁਦਰਤੀ ਬਨਸਪਤੀ ਹੈ ਤਾਂ ਨਾਲ ਨਾਲ ਫਲੋਰਾ ਵੀ ਹੈਗੇ, ਠੀਕ ਹੈ। ਤੇ ਸਾਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹ ਪੌਦੇ ਵਿਦੇਸ਼ੀ ਨੇ ਜਾਂ ਦੇਸੀ ਨੇ। ਜੇਕਰ ਵਿਦੇਸ਼ੀ ਹੁੰਦੇ ਫਿਰ ਆਪਾਂ ਬੋਰੀਅਲ ਟਿਕ ਕਰਨਾ ਸੀ। ਇਸ ਕਰਕੇ ਸਿਰਫ ਉਹਨਾਂ ਨੇ ਸਾਨੂੰ ਪੌਦੇ ਕਿਹਾ ਹੈਗਾ, ਤੇ ਇਹਦੇ ਲਈ ਅਸੀਂ ਉਪਰੋਕਤ ਸਾਰੇ ਹੀ ਉੱਤਰ ਲਗਾਵਾਂਗੇ। ਪ੍ਰਸ਼ਨ ਨੰਬਰ 32, ਉਹ ਕਿਹੜੀ ਮਹੱਤਵਪੂਰਨ ਧਾਰਨਾ ਹੈ ਜਿਸ ਦਾ ਜਨਮ ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਅਤੇ ਹੋਇਆ, ਜਿਸ ਦਾ ਅਰਥ ਹੁੰਦਾ ਲੋਕਾਂ ਦੀ ਸ਼ਕਤੀ ਅਤੇ ਅਧਿਕਾਰਾਂ ਦਾ ਮੁੱਢਲਾ ਸੋਮਾ ਪ੍ਰਭੂ ਸੱਤਾ? ਨੰਬਰ 33, ਫਰਾਂਸ ਦੀ ਕ੍ਰਾਂਤੀ ਤੋਂ ਬਾਅਦ ਤਾਨਾਸ਼ਾਹੀ ਦਾ ਅੰਤ ਹੋਇਆ, ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਇਸ ਯੁੱਗ ਨੂੰ ਕੀ ਕਿਹਾ ਗਿਆ? ਹਾਂਜੀ, ਇਸ ਯੁੱਗ ਦਾ ਨਾਮ ਹੈਗਾ ਉਦਾਰਵਾਦੀ ਯੁੱਗ। ਨੰਬਰ 34, 1804 ਈਸਵੀ ਵਿੱਚ ਅਰਸਨ ਨੇ ਆਪਣੇ ਆਪ ਨੂੰ ਸਮਰਾਟ ਦਾ ਫਰਾਂਸ ਦਾ ਸਮਰਾਟ ਘੋਸ਼ਿਤ ਕੀਤਾ। ਇਹ ਪ੍ਰਗਤੀਸ਼ੀਲ ਸੋਚ ਦਾ ਮਾਲਕ ਸੀ ਅਤੇ ਲੋਕਾਂ ਨੇ ਉਸ ਨੂੰ ਮੁਕਤੀ ਦਾਤਾ ਦੇ ਰੂਪ ਦੇ ਵਿੱਚ ਵੇਖਿਆ, ਭਾਵੇਂ ਕਿ ਉਹ ਵਾਟਰਲੂ ਨਾਮਕ ਲੜਾਈ ਵਿੱਚ ਹਾਰ ਗਿਆ ਸੀ। ਹੇਠ ਲਿਖਿਆਂ ਵਿੱਚੋਂ ਉਸ ਸਮਰਾਟ ਦੀ ਚੋਣ ਕਰੋ। ਹਾਂਜੀ, ਇਹ ਕਿਹਦੀ ਗੱਲ ਕਰ ਰਹੇ ਨੇ? ਵੀ ਇਹ ਗੱਲ ਕਰ ਰਹੇ ਨੇ ਨੈਪੋਲੀਅਨ ਬੋਨਾਪਾਰਟ ਦੀ। ਨੰਬਰ 35, ਉਪਰੋਕਤ ਟੇਬਲ ਅਨੁਸਾਰ ਚਰਗਾਹ ਖੇਤਰ ਅਧੀਨ ਭਾਰਤ ਅਤੇ ਚੀਨ ਵਿਚਕਾਰ ਕਿੰਨਾ ਅੰਤਰ ਹੈ? ਹੁਣ ਦੇਖੋ ਵੀ ਅੰਤਰ ਪੁੱਛਿਆ ਉਹਨਾਂ ਨੇ, ਤਾਂ ਅਸੀਂ ਇਹਦੇ ਲਈ ਕੀ ਕਰਾਂਗੇ? ਭਾਰਤ ਅਤੇ ਚੀਨ ਦੇ ਵਿਚਕਾਰ ਜਿੰਨਾ ਵੀ ਦੋ ਫਿਗਰ ਹੈਗੇ ਇਹਨੂੰ ਇਹਦੇ ਵਿੱਚੋਂ ਮਾਈਨਸ ਕਰ ਦਾਂਗੇ, ਠੀਕ ਹੈ। 30 ਦੇ ਵਿੱਚੋਂ 4 ਮਾਈਨਸ ਕੀਤੇ 26, 26। ਤਾਂ ਇਹਦੇ ਲਈ ਬੀ ਆਪਸ਼ਨ ਸੀ ਹੈ ਕਿ ਇਹੋ ਜਿਹੇ ਪ੍ਰਸ਼ਨ ਹੁਣ ਆਪਾਂ ਧਿਆਨ ਨਾਲ ਪੜ੍ਹਨਾ, ਕਿ ਉੱਤਰ ਸਾਨੂੰ ਪਤਾ ਹੈਗਾ ਪਰ ਅਸੀਂ ਕਈ ਵਾਰੀ ਕਾਹਲੀ ਕਾਹਲੀ ਦੇ ਵਿੱਚ ਹੋ ਸਕਦਾ ਇੱਥੇ 30 ਟਿਕ ਕਰਦੀ ਹੈ ਨਾ, ਅਸੀਂ ਵੇਖੀ ਨਾ ਵੀ ਉਹਨਾਂ ਨੇ ਸਾਨੂੰ ਅੰਤਰ ਪੁੱਛਿਆਗਾ, ਠੀਕ ਹੈ।
ਤਾਂ ਜਦੋਂ ਅੰਤਰ ਪੁੱਛਿਆ ਹੋਵੇ ਤਾਂ 2 ਦੇ ਵਿੱਚ ਆਪਾਂ ਇਹਨਾਂ ਨੂੰ ਮਾਈਨਸ ਕਰਕੇ ਆਪਾਂ ਉਹਦਾ ਉੱਤਰ ਲਗਾਉਣਾ ਹੁੰਦਾ ਹੈ। ਠੀਕ, ਤਾਂ ਇਹ ਤੁਹਾਡੇ 35 ਕੁਐਸਚਨ ਸੀ ਜਿਹੜੇ ਆਪਾਂ ਤੁਹਾਡੇ ਲਈ ਹੱਲ ਕੀਤੇ ਹੈਗੇ। ਠੀਕ ਹੈ, ਤੁਸੀਂ ਇਹਨਾਂ ਨੂੰ ਧਿਆਨ ਨਾਲ ਵੇਖ ਲਿਓ ਤੇ ਆਪਣੀ ਵਰਕਬੁੱਕ ਜਿਹੜੀ ਤੁਹਾਡੀ ਨੈਸ ਬੁੱਕਲੈਟ ਹੈਗੀ ਉਹਨਾਂ ਦੇ ਉੱਪਰ ਇਹਨਾਂ ਪ੍ਰਸ਼ਨਾਂ ਦੇ ਸਹੀ ਉੱਤਰ ਨੋਟ ਕਰ ਲਿਓ, ਤਾਂ ਜੋ ਆਪਾਂ ਜਦੋਂ ਪੜ੍ਹੋਗੇ ਤੁਸੀਂ ਤੁਹਾਨੂੰ ਇਹਨਾਂ ਦੇ ਸਹੀ ਉੱਤਰ ਪਤਾ ਹੋਣ ਤੇ ਸਾਡੀ ਨੈਸ ਦੀ ਅਤੇ ਟਰਮ 1 ਦੀ ਵਧੀਆ ਢੰਗ ਦੀ ਤਿਆਰੀ ਹੋ ਸਕੇ। ਠੀਕ ਹੈ, ਆਪਾਂ ਜਲਦੀ ਤੁਹਾਡੇ ਲਈ ਜਿਹੜਾ ਸੈਂਪਲ ਪੇਪਰ ਤੁਹਾਡਾ 5 ਹੈਗਾ ਉਹ ਵੀ ਹੱਲ ਕਰਾਂਗੇ। ਤਦ ਤੱਕ ਲਈ ਤੁਸੀਂ ਇਸ ਦੇ ਇੱਥੋਂ ਤੱਕ ਆਪਣੀ ਜਿਹੜੀ ਨੈਸ ਵਰਕ ਬੁੱਕਲੈਟ ਹੈ ਉਸ ਨੂੰ ਪੂਰਾ ਕਰੋ। ਠੀਕ ਹੈ ਬੇਟਾ, ਓਕੇ ਜੀ, ਥੈਂਕ ਯੂ।